ਉੱਤੇ ਜੋ ਮੇਰੀ ਆਵਾਜ਼ ਨੂੰ ਸੁਣ ਰਹੇ ਹੈ ਉਹ ਕਿਸਾਨਾਂ ਨਾਲ ਖੜੇ ਹੋਣਗੇ। ਮੈਂ ਖੁਦ ਕਿਸਾਨ ਦਾ ਬੇਟਾ ਹਾਂ ਤੇ ਆ ਜੋ ਤੁਸੀਂ ਕੈਪਟਨ ਕਿਹਾ ਇਹ ਠੀਕ ਹੈ। ਮੈਂ ਆਰਮੀ ਵਿੱਚ ਨੌਕਰੀ ਕੀਤੀ ਤੇ ਉੱਥੇ ਛੰਭਜੌੜੀਆਂ ਸੈਕਟਰ ਵਗੈਰਾ ਰਿਹਾ ਤੇ ਉਸ ਤੋਂ ਬਾਅਦ ਮੈਂ 25 ਸਾਲ ਤੋਂ ਵੱਧ ਸਮਾਂ ਜੇਲ੍ਹ ਡਿਪਾਰਟਮੈਂਟ ਵਿੱਚ ਨੌਕਰੀ ਕੀਤੀ। ਪਰ ਅੱਜ ਜਿਹੜਾ ਸਮਾਜ ਨੂੰ ਤੇ ਕਿਸਾਨ ਨੂੰ ਜੋ ਮੇਰਾ ਜਨਮ ਤੋਂ ਪੇਸ਼ਾ ਹੈ ਕਿਸਾਨੀ, ਮੇਰੇ ਬਾਪ ਦਾਦਾ ਆਪ ਕਿਸਾਨੀ ਕਰਦੇ ਰਹੇ ਤੇ ਜੋ ਮੈਨੂੰ ਉਹਨਾਂ ਤੋਂ ਮਿਲਿਆ ਉਸ ਵਿਰਾਸਤ ਦਾ, ਉਸ ਜੀਵਨ ਜਿਉਣ ਦੀ ਸ਼ੈਲੀ ਦਾ ਅੱਜ ਉਹ ਸਾਰੇ ਸਿਸਟਮ ਨੂੰ, ਸਾਰੀ ਕਿਸਾਨੀ ਨੂੰ ਭੀੜ ਪਈ ਹੋਈ ਹੈ। ਇੱਕ ਐਸੇ ਕਾਨੂੰਨ ਪਾਸ ਕੀਤੇ ਗਏ ਹਨ ਜੋ ਕਿ ਕਿਸਾਨਾਂ ਦੇ ਵੱਲੋਂ ਨਾ ਮੰਗੇ ਗਏ ਹਨ, ਨਾ ਉਹਨਾਂ ਦੇ ਹਿੱਤ ਵਿੱਚ ਹਨ। ਇਹਨਾਂ ਕਿਸਾਨਾਂ ਦੀ ਨੂੰ ਰੱਦ ਕਰਾਉਣ ਲਈ ਕਿਸਾਨਾਂ ਵੱਲੋਂ ਜੋ ਮੁਹਿੰਮ ਵਿੱਢੀ ਗਈ ਹੈ ਉਸ ਦੇ ਲਈ ਅਸੀਂ ਸਮਾਜ ਜਾਂ ਸਾਡੇ ਵਰਗੇ ਲੋਕ ਜੋ ਵੀ ਦੇ ਸਕਦੇ ਆ ਉਹਨਾਂ ਨੂੰ ਦੇਣਾ ਚਾਹੀਦਾ। ਮੈਨੂੰ ਲੱਗਿਆ ਮੇਰੇ ਜ਼ਮੀਰ ਨੇ ਆਵਾਜ਼ ਦਿੱਤੀ ਕਿ ਮੈਨੂੰ ਅੱਜ ਆਪਣੇ ਭਾਈਚਾਰੇ ਨਾਲ, ਕਿਸਾਨੀ ਨਾਲ ਖੜਨਾ ਚਾਹੀਦਾ। ਜਿਸ ਨੇ ਜੋ ਵੀ ਮੈਨੂੰ ਮਿਲਿਆ ਅੱਜ ਉਹ ਕਿਸਾਨੀ ਤੋਂ ਹੀ ਮਿਲਿਆ ਹੈ। ਜੇ ਕਿਤੇ ਕਿਸਾਨੀ ਨਾ ਹੁੰਦੀ ਸ਼ਾਇਦ ਮੈਂ ਪੜ੍ਹ ਵੀ ਨਹੀਂ ਸੀ ਸਕਦਾ। ਜੋ ਆ ਪੜ੍ਹਾਈਆਂ ਲਿਖਾਈਆਂ ਕਰਕੇ ਇੱਥੇ ਪਹੁੰਚਿਆ ਸਭ ਕਿਸਾਨੀ ਦਾ ਹੀ ਹੈ। ਮੇਰੇ ਬਾਪ ਦਾਦਿਆਂ ਦੀ ਮਿਹਨਤ ਦਾ ਸਦਕਾ ਮੈਂ ਇੱਥੇ ਪਹੁੰਚਿਆ ਹਾਂ ਤੇ ਮੈਨੂੰ ਲੱਗਦਾ ਹੈ ਜੇ ਅੱਜ ਇਹੋ ਜਿਹੇ ਸਟੈਂਡ ਅਸੀਂ ਨਹੀਂ ਲੈਂਦੇ ਤਾਂ ਅਸੀਂ ਆਪਣੇ ਬੱਚਿਆਂ ਨੂੰ ਵੀ ਮੂੰਹ ਦਿਖਾਉਣ ਜੋਗੇ ਨਹੀਂ ਰਵਾਂਗੇ। ਉਹ ਜੇ ਸਾਨੂੰ ਕੱਲ੍ਹ ਨੂੰ ਸਵਾਲ ਕਰਨਗੇ ਵੀ ਜੀ ਤੁਸੀਂ ਪਾਪਾ ਕੀ ਕੀਤਾ, ਜਾਂ ਸਾਡੇ ਭਾਈਚਾਰੇ ਨੇ ਸਵਾਲ ਕੀਤਾ ਵੀ ਬਾਈ ਜੀ ਤੁਸੀਂ ਕੀ ਕੀਤਾ, ਤਾਂ ਮੈਨੂੰ ਲੱਗਦਾ ਵੀ ਇਹ ਸਮਾਂ ਹੈ ਜਦੋਂ ਸਾਨੂੰ ਸਮਾਜ ਨੂੰ, ਕਿਸਾਨੀ ਨੂੰ ਸਾਡੀ ਲੋੜ ਹੈ। DIG ਦੇ ਪੁੱਤ ਤਾਂ 1-2 ਸਾਲ 4 ਸਾਲਾਂ ਬਾਅਦ ਉਹਨਾਂ ਨੇ ਐਂ ਬਣ ਜਾਣਾ ਵੀ ਰਿਟਾਇਰਡ DIG ਹੋ ਗਿਆ, ਪਰ ਕਿਸਾਨ ਦੇ ਪੁੱਤ ਜ਼ਰੂਰ ਰਹਿਣਗੇ। ਇੰਨਾ ਮੇਰਾ ਲੱਗਦਾ ਹੈ ਵੀ ਉਹਨਾਂ ਨੂੰ ਜੋ ਉਹਨਾਂ ਦਾ ਜ਼ਮੀਨੀ ਕਿੱਤਾ ਹੈ, ਜੋ ਉਹਨਾਂ ਦੀਆਂ ਜੜ੍ਹਾਂ ਹੈ, ਜੇ ਉਸ ਨੂੰ ਬੱਚੇ ਸਮਝਣਗੇ ਤਾਂ ਉਹਨਾਂ ਨੂੰ ਲੱਗੇਗਾ ਵੀ ਸਾਡੇ ਪਿਤਾ ਨੇ ਠੀਕ ਗੱਲ ਕੀਤੀ ਹੈ। ਉਹਨਾਂ ਨਾਲ ਗੱਲ ਕੀਤੀ ਤੁਸੀਂ? ਹਾਂ, ਮੈਂ ਗੱਲ ਕੀਤੀ ਸੀ ਉਹਨਾਂ ਨਾਲ। ਉਹਨਾਂ ਨੂੰ ਮੈਂ ਪੁੱਛਿਆ ਸੀ ਤੇ ਉਹ ਇਸ ਗੱਲੋਂ ਖੁਸ਼ ਹੈ। ਕਹਿੰਦੇ ਪਾਪਾ ਜੋ ਤੁਸੀਂ ਕੀਤਾ ਸਾਡੇ ਲਈ ਕਰ ਰਹੇ ਹੋ, ਸਾਡੇ ਵਰਗੇ ਲੱਖਾਂ ਬੱਚਿਆਂ ਲਈ ਕਰ ਰਹੇ ਹੋ, ਸਾਡੇ ਵਰਗੇ ਬਜ਼ੁਰਗਾਂ ਲਈ ਕਰ ਰਹੇ ਹੋ ਜੋ ਆਪਦੀ ਸਾਰੀ ਉਮਰ ਨੂੰ ਕਿਸਾਨੀ ਕਰਨ ਤੋਂ ਬਾਅਦ ਅੱਜ ਉੱਥੇ ਦਿੱਲੀ ਬੈਠੇ ਹਨ। ਤੇ ਇਸ ਸਵਾਲ ਤੇ ਜੋ ਆਉਂਦਾ ਹੈ ਵੀ ਕੀ ਦਿੱਤਾ, ਤਾਂ ਹਰ ਬਾਪ ਆਪਣੇ ਬੱਚੇ ਵਾਸਤੇ ਜੋ ਕਰ ਸਕਦਾ ਹੈ ਉਹ ਮੈਂ ਵੀ ਕੀਤਾ ਤੇ ਹੋਰ ਕਿਸਾਨ ਵੀ ਆਪਦੇ ਬੱਚਿਆਂ ਵਾਸਤੇ ਬਜ਼ੁਰਗ ਉੱਥੇ ਲੜ ਰਹੇ ਹੈ। ਨਹੀਂ ਤਾਂ ਜ਼ਿੰਦਗੀ ਦੇ 80 ਸਾਲ ਬਤੀਤ ਕਰਨ ਤੋਂ ਬਾਅਦ ਇੱਕ ਬਜ਼ੁਰਗ ਨੂੰ ਉੱਥੇ 80 ਸਾਲਾਂ ਦੇ ਬਜ਼ੁਰਗ ਬੈਠੇ ਹੈ, ਉਹਨਾਂ ਨੂੰ ਲੱਗਦਾ ਹੈ ਰਿਟਾਇਰਮੈਂਟ ਹੋ ਗਈ ਜਾਂ ਬੁਢੇਪਾ ਆ ਗਿਆ ਤੇ ਹੁਣ ਘਰੇ ਬੈਠ ਗਏ ਤੇ ਆਹ ਠੰਡ ਤੇ ਮਾਵਾਂ ਬੈਠੀਆਂ ਉੱਥੇ। ਤੇ ਮੈਂ ਦੇਖਦਾ TV ਵਿੱਚ ਦੇਖਦਾ ਉਹ ਇਸ ਠੰਡ ਦੇ ਵਿੱਚ ਉੱਥੇ ਲੰਗਰ ਬਣਾ ਰਹੀਆਂ, ਉੱਥੇ ਮਿਹਨਤ ਕਰ ਰਹੀਆਂ, ਉੱਥੇ ਗੱਲਬਾਤ ਕਰ ਰਹੀਆਂ ਤੇ ਸ਼ਾਂਤੀਮਈ ਤਰੀਕੇ ਨਾਲ ਜਿਹੜਾ ਇਹ ਕਰ ਰਹੀਆਂ। ਤਾਂ ਸਾਨੂੰ ਵੀ ਲੱਗਦਾ ਵੀ ਸਾਡੇ ਅੰਦਰ ਦਾ ਜ਼ਮੀਰ ਨਹੀਂ ਮਰਨਾ ਚਾਹੀਦਾ ਕਿ ਅਸੀਂ ਆਪਦੀ ਹੋਂਦ ਨੂੰ ਖਤਮ ਹੋਣ। ਮਦਰ ਤੋਂ ਸ਼ੁਰੂ ਕਰੂੰਗਾ। ਮੇਰੇ ਪਰਿਵਾਰ ਵਿੱਚ ਸਾਰਿਆਂ ਨਾਲੋਂ ਵੱਡੇ ਮੇਰੇ ਮਾਤਾ ਜੀ ਹੈ, ਉਹ ਅੱਜ ਵੀ ਪਿੰਡ 'ਚ ਖੇਤੀ ਕਰਾਉਂਦੇ ਹੈ। 80 ਤੋਂ ਪਾਰ ਉਹਨਾਂ ਦੀ ਉਮਰ ਹੈ ਤੇ ਮੈਂ ਕਿਤੇ ਵੀ ਆਪਣੀ ਜ਼ਮੀਨ ਠੇਕੇ ਨਹੀਂ ਦਿੱਤੀ। ਲਗਾਤਾਰ ਮੇਰੇ ਲਈ ਜਦੋਂ ਮੈਂ ਪਿੰਡ ਵਿੱਚ ਨਹੀਂ ਜਾ ਸਕਦਾ, ਮੇਰੇ ਲਈ ਮੇਰੇ ਮਾਤਾ ਜੀ ਉਸ ਖੇਤ ਨੂੰ ਦੇਖ ਰਹੇ ਹੈ। ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਇਹੀ ਕਿਹਾ, ਕਾਕਾ ਜੇ ਤੂੰ ਹੁਣ ਜਾਂ ਤੇਰੇ ਵਰਗੇ ਹੋਣ ਲੋਕ ਹੁਣ ਸਾਡਾ ਬਜ਼ੁਰਗਾਂ ਦਾ ਸਾਥ ਨਹੀਂ ਦੇਵੋਗੇ ਤੇ ਕੱਲ੍ਹ ਨੂੰ ਤੁਸੀਂ ਕਿੱਥੇ ਖੜੋਗੇ। ਨੰਬਰ 1। ਫਿਰ ਜਿਹੜਾ ਆਪਣੇ ਜੀਵਨ ਦਾ ਹਮਸਫਰ ਹੁੰਦਾ ਹੈ ਉਹਨਾਂ ਨੇ ਮੈਨੂੰ ਕੋਈ ਇਸ ਬਾਰੇ ਨਹੀਂ ਆਖਿਆ, ਉਹ ਵੀ ਆਪਦੇ ਬੱਚਿਆਂ ਬਾਰੇ। ਹਰ ਕਿਸਾਨ ਦਾ ਜਿਹੜਾ ਬੈਟਰ ਹਾਫ ਹੈ, ਪਰਿਵਾਰ ਹੈ, ਘਰ ਵਾਲੀ ਹੈ, ਪਤਨੀ ਹੈ, ਮਾਂ ਹੈ, ਉਹ ਇਸ ਗੱਲ ਤੇ ਫਿਕਰਮੰਦ ਹੈ ਕਿ ਉਹਨਾਂ ਦੇ ਬੱਚਿਆਂ ਦਾ ਕੀ ਬਣੂਗਾ। ਇਹ ਫਿਕਰ ਮੇਰੀ ਵਾਈਫ ਵਿੱਚ ਵੀ ਮੌਜੂਦ ਸੀ ਤੇ ਇਸ ਬਾਰੇ ਮੇਰੇ ਬੱਚਿਆਂ ਨਾਲ ਗੱਲ ਕੀਤੀ ਗਈ ਤਾਂ ਉਹ ਵੀ ਇਹ ਕਹਿੰਦੇ ਵੀ ਪਾਪਾ ਇਹ ਸਹੀ ਹੈ, ਹੁਣ ਇਹ ਟਾਈਮ ਹੈ ਕਿ ਆਪਾਂ ਨੂੰ ਕਿਸਾਨੀ ਨਾਲ ਖੜਨਾ ਹੀ ਚਾਹੀਦਾ। ਜਿੱਥੋਂ ਆਪਾਂ ਸਾਰੀ ਉਮਰ ਲੈ ਕੇ ਖਾ ਰਹੇ ਹਾਂ, ਜਿੱਥੋਂ ਆਪਾਂ ਸਾਰੀ ਉਮਰ ਕੰਮ ਕਰ ਰਹੇ, ਜੋ ਸਾਡਾ ਕਿੱਤਾ ਹੈ, ਜੋ ਦਾਦਾ ਜੀ ਦਾ ਕਿੱਤਾ ਸੀ, ਉਸ ਤੋਂ ਆਪਾਂ ਪਿੱਛੇ ਨਹੀਂ ਮੁੜਨਾ। ਤੇ ਲਈ ਵਲਵਲੇ ਉੱਠਦੇ ਹੈ ਤੇ ਜ਼ਰੂਰ ਜਾਊਂਗਾ, ਸੰਘਰਸ਼ ਵਿੱਚ ਵੀ ਜਾਊਂਗਾ, ਬੇਟੇ ਨੂੰ ਵੀ ਲੈ ਕੇ ਜਾਊਂਗਾ, ਪਰਿਵਾਰ ਵੀ ਜਾਊਗਾ। ਇਹ ਨਹੀਂ ਹੈ ਕਿ ਜੇ ਪਿੱਛੇ ਹਟ ਗਏ ਜਾਂ ਨੌਕਰੀ ਤੋਂ ਪਿੱਛੇ ਹਟ ਗਏ ਤਾਂ ਮੂੰਹ ਲੁਕੋ ਲਈਏ। ਮੂੰਹ ਲੁਕਾਉਣ ਦਾ ਕੋਈ ਮਤਲਬ ਨਹੀਂ ਹੈ ਸਵਰਨ ਜੀ। ਤੇ ਅਸੀਂ ਜੋ ਕਰ ਸਕਦੇ ਹਾਂ ਉਹ ਕਰਾਂਗੇ ਤੇ ਸਾਡੀ
ਉਹ ਜੇ ਹਾਂ ਦਾ ਨਾਰਾ ਤਾਂ ਜ਼ਰੂਰ ਹੀ ਵੱਜ ਗਿਆ ਮੇਰੇ ਹਿਸਾਬ ਨਾਲ। ਤੇ ਮੇਰਾ ਖਿਆਲ ਹੈ ਸਾਨੂੰ ਇਸ ਗੱਲ ਤੇ ਸਟੈਂਡ ਲੈਣਾ ਚਾਹੀਦਾ, ਆਪਦੀ ਗੱਲ ਤੇ ਪਹਿਰਾ ਦੇਣਾ ਚਾਹੀਦਾ। ਇਹ ਹੋ ਸਕਦਾ ਜਿਹੜੀ ਤੁਸੀਂ ਗੱਲ ਕਹੀ, ਪਰ ਮੈਂ ਜੋ ਵਿਚਾਰ ਕਿਸਾਨਾਂ ਦੇ ਸੁਣ ਰਿਹਾ, ਜਿਵੇਂ ਰਾਜੇਵਾਲ ਸਾਹਿਬ ਬੋਲਦੇ ਆ ਜਾਂ ਹੋਰ ਕਿਸਾਨ ਆਗੂ ਬੋਲਦੇ ਆ, ਤਾਂ ਉਹ ਪੂਰਨ ਤਰ੍ਹਾਂ ਮੈਂ ਆਪਦੇ ਆਪ ਨੂੰ ਖੁਸ਼ਕਿਸਮਤ ਮੰਨਦਾ ਵੀ ਕਿਸਾਨਾਂ ਦੀ ਜੋ ਲੀਡਰਸ਼ਿਪ ਅੱਜ ਦੀ ਘੜੀ ਉੱਥੇ ਫਾਈਟ ਕਰ ਰਹੀ ਹੈ ਤੇ ਉਹਨਾਂ ਦੇ ਬਿਆਨ ਸੁਣ ਰਹੇ ਆ, ਫੁੱਲੀ ਸੈਟੀਸਫਾਈਡ ਆ, ਫੁੱਲੀ ਕਨਵਿੰਸਿੰਗ ਉਹਨਾਂ ਦੇ ਮੈਟਰ ਹੁੰਦੇ ਹੈ। ਉਹਨਾਂ ਦਾ ਜਿਹੜਾ ਰੋਲ ਹੈ ਸਮਾਜ ਨੂੰ ਜਗਾਉਣ ਦਾ, ਕਿਸਾਨਾਂ ਨੂੰ ਜਗਾਉਣ ਦਾ ਔਰ ਆਪਦਾ ਕੇਸ ਪੇਸ਼ ਕਰਨ ਦਾ, ਉਸ ਵਿੱਚ ਠੀਕ ਹੈ ਸਾਡੇ ਵਰਗਿਆਂ ਦੀ ਹੋ ਸਕਦਾ ਲੋੜ ਘੱਟ ਹੋਵੇ, ਪਰ ਅਸੀਂ ਇਹ ਆਪਦੇ ਵੱਲੋਂ, ਕਿਉਂਕਿ ਸਾਡੇ ਜ਼ਮੀਰ ਨੇ, ਮੇਰੇ ਜ਼ਮੀਰ ਨੇ ਇਹ ਆਵਾਜ਼ ਮਾਰੀ ਵੀ ਉੱਥੇ ਜਾਣਾ ਚਾਹੀਦਾ, ਇਸ ਕਰਕੇ ਮੈਂ ਜਾ ਰਿਹਾ। ਲੀਡਰਸ਼ਿਪ ਅੱਜ ਕਿਸਾਨਾਂ ਦੀ ਲੀਡਰਸ਼ਿਪ ਨੂੰ ਜਿਵੇਂ ਕੁਛ TV ਚੈਨਲ ਦੇ ਰਹੇ ਇਹ ਤਾਂ ਕਿਸਾਨ ਹੈ, ਇਹ ਤਾਂ ਗਲਤ ਆਨਸਰ ਹੈ, ਉਹ ਗੱਲਾਂ ਪੁਰਾਣੇ ਸਮੇਂ ਦੀਆਂ ਗੱਲਾਂ। ਹੁਣ ਪੜ੍ਹੇ ਲਿਖੇ ਕਿਸਾਨ ਹੈ, ਪੜ੍ਹੇ ਲਿਖੇ ਸਾਡੇ ਬੱਚੇ ਹੈ, ਆਉਣ ਵਾਲਾ ਭਾਰਤ ਦਾ ਜਿਹੜਾ ਭਵਿੱਖ ਹੈ। ਤੇ ਪਹਿਲਾਂ ਵੀ ਜੈ ਜਵਾਨ ਜੈ ਕਿਸਾਨ ਦਾ ਨਾਰਾ ਇੰਨੇ ਚਿਰ ਪਹਿਲਾਂ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਵੱਲੋਂ ਦਿੱਤਾ ਗਿਆ, ਤੇ ਅੱਜ ਵੀ ਜੇ ਉਹ ਖੜਾ ਹੈ ਤੇ ਉਹ ਸਮਾਜ ਦੀ ਸੱਚਾਈ ਹੈ, ਤਾਂ ਉਹ ਸੱਚਾਈ ਰਹੇਗੀ, ਸੱਚਾਈ ਹੈ ਤੇ ਫਿਊਚਰ ਵਿੱਚ ਵੀ।